ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨਾਲ ਜੁੜੇ ਦੁਨੀਆ ਭਰ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ। ਮੈਂ ਸਮੀਪ ਸਿੰਘ ਗੁਮਟਾਲਾ, ਗਲੋਬਲ ਕਨਵੀਨਰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ। ਅੱਜ ਤੁਹਾਡੇ ਲਈ ਬਹੁਤ ਹੀ ਇੱਕ ਅਹਿਮ ਜਾਣਕਾਰੀ, ਇੱਕ ਬਹੁਤ ਹੀ ਅਹਿਮ ਅਪਡੇਟ, ਮਹੱਤਵਪੂਰਨ ਅਪਡੇਟ, ਖਾਸ ਕਰਕੇ ਜਿਹੜੇ ਕਿ ਭਾਰਤ ਤੋਂ ਅਮਰੀਕਾ ਲਈ ਟਰੈਵਲ ਕਰਨ ਵਾਲੇ ਯਾਤਰੀਆਂ, ਇੰਕਲੂਡਿੰਗ ਪੰਜਾਬ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਅਮਰੀਕਾ ਲਈ ਜਾਣਾ ਹੈ, ਉਹਨਾਂ ਲਈ ਇੱਕ ਬਹੁਤ ਹੀ ਵੱਡੀ ਅਪਡੇਟ ਇਹ ਹੈ ਕਿ ਅਮਰੀਕਾ ਦੀ ਗਵਰਨਮੈਂਟ ਨੇ CDC ਦੀਆਂ ਜਿਹੜੀਆਂ ਨਵੀਂ ਸੈਂਟਰ ਫॉर ਡਿਜ਼ੀਜ਼ ਐਂਡ ਕੰਟਰੋਲ, anybody traveling from a foreign country including India to the United States of America, there is important information that the US government has imposed new travel policy। ਇਹ ਜਿਹੜੀ ਨਵੀਂ ਟਰੈਵਲ ਪਾਲਿਸੀ ਉਹਦੇ ਤਹਿਤ ਜਿਹੜਾ ਕਿ ਪਹਿਲਾਂ ਤੁਹਾਨੂੰ ਵਿਦਿਨ 72 ਆਵਰਸ 72 ਘੰਟੇ ਦੇ ਵਿੱਚ ਜਿਹੜਾ ਤੁਹਾਡਾ ਟੈਸਟ ਹੋਣਾ ਸੀਗਾ COVID-19 ਰਿਪੋਰਟ ਜਿਹੜੀ ਤੁਸੀਂ ਦਿਖਾਣੀ ਹੈ ਬੋਰਡ ਕਰਨ ਤੋਂ ਪਹਿਲਾਂ, ਉਹ ਹੁਣ ਚੇਂਜ ਕਰਕੇ ਵਿਦਿਨ 1 ਕੈਲੰਡਰ ਡੇ ਕਰ ਦਿੱਤਾ ਗਿਆ ਹੈ। ਸੋ ਤੁਸੀਂ ਹੁਣ ਇੱਕ ਦਿਨ ਦੇ ਵਿੱਚ ਤੁਹਾਨੂੰ ਜਿਹੜੀ ਹੈ ਉਹ ਕੋਵਿਡ ਦੀ ਜਿਹੜੀ ਰਿਪੋਰਟ ਹੈ ਉਹ ਤੁਹਾਡੀ ਹੋਣੀ ਚਾਹੀਦੀ ਹੈ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਇਹ ਇੰਪੋਜ਼ ਜਿਹੜੀਆਂ ਐਪਲੀਕੇਬਲ ਹੋਣਗੀਆਂ ਉਹ 6 ਦਸੰਬਰ ਤੋਂ ਇਹ ਪਾਲਿਸੀ ਜਿਹੜੀ ਹੈ ਇਹ ਐਪਲੀਕੇਬਲ ਹੋ ਰਹੀ ਹੈ। ਰਾਤ ਨੂੰ 12:01 ਤੋਂ ਤੁਹਾਨੂੰ ਜਿਹੜੀ ਹੈ ਸਿਰਫ ਇੱਕ ਦਿਨ ਦੇ ਅੰਦਰ 24 ਘੰਟੇ ਨਹੀਂ, ਇੱਕ ਦਿਨ ਦੇ ਵਿੱਚ ਤੁਹਾਨੂੰ ਕਹਿ ਰਹੇ ਨੇ। ਇੱਕ ਦਿਨ ਕਿਸ ਤਰ੍ਹਾਂ ਬਣਦਾ ਹੈ, ਇਸ ਦੇ ਬਾਰੇ ਬਹੁਤ ਸਵਾਲ, ਉਹ ਕਾਫੀ ਲੋਕਾਂ ਨੂੰ ਇਸ ਵਕਤ ਕਨਫਿਊਜ਼ਨ ਹੈ ਕਿ ਇਹ 24 ਆਵਰਸ ਪਾਲਿਸੀ ਜਾਂ ਕਿਸ ਤਰ੍ਹਾਂ ਹੈ, ਪਰ ਇਹ 6 ਦਸੰਬਰ ਤੋਂ ਪਾਲਿਸੀ ਲਾਗੂ ਹੋ ਰਹੀ ਹੈ ਤੇ ਇਹੋ ਜਾਣਕਾਰੀ ਅਸੀਂ ਤੁਹਾਨੂੰ ਹੁਣ ਦੇਣ ਜਾ ਰਹੇ ਹਾਂ। all travelers irrespective of the country, citizenship ਜਾਂ permanent resident, 2 ਸਾਲ ਤੋਂ ਉੱਪਰਲੇ ਜਿਹੜੇ ਨੇ 2 ਸਾਲ ਜਾਂ ਉਹਨਾਂ ਤੋਂ ਉੱਤੇ, ਉਹਨਾਂ ਨੂੰ ਜਿਹੜਾ ਹੈ ਹੁਣ ਵਿਦਿਨ 1 ਡੇ ਕੋਵਿਡ ਰਿਪੋਰਟ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਇਹ CDC ਨੇ ਆਪਣੀ ਵੈਬਸਾਈਟ ਤੇ ਵੀ ਅਪਡੇਟ ਕੀਤਾ ਗਿਆ ਹੈ। ਆਓ ਦਿਖਾਈਏ ਕੁਝ ਜਿਹੜੇ ਸਵਾਲ ਕੀਤੇ ਜਾ ਰਹੇ ਨੇ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਤੋਂ ਜਿਹੜਾ ਹੈ ਉਹ ਕਤਰ 에ਅਰਵੇਜ਼ ਦੀ ਜਿਹੜੀ ਫਲਾਈਟ ਹੈ ਉਹ ਸਵੇਰੇ 3 ਵਜੇ 2 ਦਿਨ ਹਫਤੇ ਵਿੱਚ ਜਿਹੜੀ ਹੈ ਹੁਣ ਰਵਾਨਾ ਹੁੰਦੀ ਹੈ ਦੋਹਾ ਲਈ, ਤੇ ਫਿਰ ਉਹ ਦੋਹਾ ਤੋਂ ਅਮਰੀਕਾ ਦੇ ਕਾਫੀ ਡੈਸਟੀਨੇਸ਼ਨਸ ਨਿਊਯਾਰਕ, ਫਿਲਾਡੈਲਫੀਆ, ਲਾਸ ਐਂਜਲਸ, ਸੈਨ ਫਰਾਂਸਿਸਕੋ ਉਹਨਾਂ ਲਈ ਰਵਾਨਾ ਹੁੰਦੀ ਹੈ। ਸੋ ਕਾਫੀ ਸਵਾਲ ਇਹ ਨੇ ਕਿ ਉਹ ਪਹਿਲੀ ਜਿਹੜੀ ਫਲਾਈਟ ਅੰਮ੍ਰਿਤਸਰ ਤੋਂ ਹੋਏਗੀ ਉਹਨੂੰ ਇੱਕ ਦਿਨ ਕੰਸੀਡਰ ਕਰਨਗੇ ਜਾਂ ਦੋਹਾ ਤੋਂ ਜਦੋਂ ਅਸੀਂ ਬੋਰਡ ਕਰਦੇ ਹਾਂ। ਇਸੇ ਤਰ੍ਹਾਂ ਕਾਫੀ ਲੋਕ ਇਹ ਪੁੱਛ ਰਹੇ ਨੇ ਕਿ ਜਿਨ੍ਹਾਂ ਦੀ ਫਲਾਈਟ ਦਿੱਲੀ ਤੋਂ ਹੈ, ਜੇਕਰ ਰਾਤ ਨੂੰ 11 ਵਜੇ ਹੈ, ਕਿ 24 ਘੰਟੇ ਇੱਕ ਦਿਨ ਪਹਿਲਾਂ 11 ਦਿਨ ਉਸ ਹਿਸਾਬ ਨਾਲ ਬਣਦੇ ਕਿ ਤੁਸੀਂ ਉਹ ਪੂਰੇ ਦਿਨ ਆਪਣਾ ਜਿਹੜਾ ਟੈਸਟ ਹੈ ਉਹ ਕਰਵਾ ਸਕਦੇ ਹੋ। ਇਹ ਜਿਹੜੀ ਜਾਣਕਾਰੀ ਹੈ ਆਓ ਅਸੀਂ ਤੁਹਾਨੂੰ ਡਾਇਰੈਕਟਲੀ CDC ਦੀ ਵੈਬਸਾਈਟ ਤੋਂ ਉਸ ਨੂੰ ਸ਼ੇਅਰ ਕਰਕੇ ਉਹ ਦਿਖਾਉਂਦੇ ਹਾਂ ਕਿ ਉਹਦੇ ਵਿੱਚ ਕੀ ਲਿਖਿਆ ਗਿਆ ਹੈ। ਸਿੱਧਾ ਕੀ ਸਵਾਲ ਉਹਨਾਂ ਨੇ ਜਿਹੜੇ ਲੋਕਾਂ ਨੇ ਉਹਨਾਂ ਨੇ ਬਹੁਤ ਹੀ ਕਲੀਅਰਲੀ ਜਿਹੜੇ ਨੇ ਉਹ ਐਕਸਪਲੇਨ ਕੀਤੇ ਨੇ। ਆਓ ਦੇਖੀਏ ਇਹਨਾਂ ਨੂੰ। ਇਹ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ। recovery for proof of negative COVID-19 test requirement, ਮਾਫ ਕਰਨਾ, requirement ਕੀ ਹੈ negative COVID-19 ਟੈਸਟ। ਇਹ 2 ਦਸੰਬਰ ਦੀ ਜਿਹੜੀ ਰਿਪੋਰਟ ਹੈ ਇਹ CDC ਵੱਲੋਂ ਜਿਹੜੀ ਹੈ ਅਪਡੇਟ ਕੀਤੀ ਗਈ ਹੈ। ਸੋ ਤੁਸੀਂ ਦੇਖ ਸਕਦੇ ਹੋ, if you plan to travel you need to get a COVID-19 viral test। ਇਹਨੂੰ ਵਾਇਰਲ ਟੈਸਟ ਕਹਿੰਦੇ ਨੇ ਤੇ ਉਹਦੇ ਵਿੱਚ ਵੀ ਇੱਕ ਰੈਪਿਡ ਟੈਸਟ ਅਸੀਂ ਗੱਲ ਕਰ ਰਹੇ ਹਾਂ ਤੇ ਇੱਕ RT-PCR ਟੈਸਟ ਵੀ ਹੁੰਦਾ ਹੈ ਜੋ ਕਿ ਤੁਹਾਨੂੰ ਮੈਂ ਹੁਣ ਦਿਖਾਵਾਂਗਾ ਕਿ ਕਿਹੜਾ ਟੈਸਟ ਤੁਸੀਂ ਜਿਹੜਾ ਹੈ ਉਹ ਕਰਵਾਉਣਾ ਹੈ। 6 ਦਸੰਬਰ ਨੂੰ ਜਿਹੜਾ ਹੈ ਇਹ ਪਾਲਿਸੀ ਜਿਹੜੀ ਹੈ 12:01 ਨੂੰ ਜਿਹੜੀ ਹੈ ਉਹ ਇੰਪਲੀਮੈਂਟ ਹੋ ਗਈ ਹੈ, ਹੋਏਗੀ 6 ਦਸੰਬਰ ਤੋਂ ਸ਼ੁਰੂ ਹੋਏਗੀ। ਤੇ ਤੁਸੀਂ ਇਹ ਪਲੀਜ਼ ਜਿਹੜੇ ਨੇ ਆਪਣੇ ਟਰੈਵਲ ਜਿਹੜੇ ਨੇ ਇਹ 72 ਘੰਟੇ ਦੀ ਰਿਪੋਰਟ ਲੈ ਕੇ ਨਾ ਜਾਣ ਵਿਦਿਨ 72 ਆਵਰਸ ਵਾਲੀ। ਇਹ ਬੜੀ ਇੰਪੋਰਟੈਂਟ ਹੈ। ਆਪਣੇ ਸਾਰੇ ਜੋ ਵੀ ਤੁਹਾਡੇ ਜਿਹੜੇ ਵਾਕਮ ਨੇ ਉਹਨਾਂ ਨੂੰ ਕਨਫਰਮ ਉਹਨਾਂ ਨੂੰ ਦੱਸ ਵੀ ਦੇਵੋ। ਦਿਸ ਆਰਡਰ ਅਪਲਾਈਜ਼ ਟੂ all travelers 2 years or older, ਭਾਵੇਂ ਉਹ US ਸਿਟੀਜ਼ਨ ਨੇ, lawful permanent resident ਵੀ ਨੇ, ਉਹਨਾਂ ਨੂੰ ਜਿਹੜਾ ਹੈ ਜੇ ਤੁਹਾਨੂੰ ਪਹਿਲਾਂ ਟੈਸਟ ਪੋਜ਼ਿਟਿਵ ਹੋਏ ਜੇ ਜਾਂ ਤੁਹਾਨੂੰ ਆਲਰੇਡੀ ਵੈਕਸੀਨ ਲੱਗੀ ਹੈ ਫਿਰ ਵੀ ਤੁਹਾਨੂੰ ਜਿਹੜਾ ਟੈਸਟ ਹੈ ਇਹ ਕਰਵਾਉਣਾ ਪਏਗਾ। ਹੋਰ ਜਿਹੜੇ ਸਵਾਲ ਨੇ ਉਹਨਾਂ ਨੇ ਬੜੇ ਵਧੀਆ ਦੱਸਿਆ ਗਿਆ ਹੈ ਕਿ ਇਹ ਟੈਸਟ ਜਿਹੜਾ ਹੈ ਯੂ ਮਸਟ ਬੀ ਟੈਸਟਡ ਵਿਦ ਦ ਵਾਇਰਲ ਟੈਸਟ। ਉਹਦੇ ਵਿੱਚ ਐਂਟੀਜਨ ਟੈਸਟ ਜਿਹੜਾ ਹੈ ਜਿਸ ਨੂੰ ਅਮਰੀਕਾ 'ਚ ਅਸੀਂ ਰੈਪਿਡ ਟੈਸਟ ਵੀ ਕਹਿੰਦੇ ਹਾਂ। ਮੈਂ ਇਸ ਵਕਤ ਅਮਰੀਕਾ ਤੋਂ ਇਹ ਜਿਹੜੀ ਵੀਡੀਓ ਹੈ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਰੈਪਿਡ ਟੈਸਟ। ਤੇ ਜਿਹੜਾ ਰੈਪਿਡ ਟੈਸਟ ਹੈ ਉਸ ਦੀ ਰਿਪੋਰਟ ਜਿਹੜੀ ਹੈ, ਅਗਲਾ ਸਵਾਲ ਇਹੋ ਉਹਨਾਂ ਨੇ ਦੱਸਿਆ ਹੈ, ਕੈਨ ਆਈ ਗੈਟ ਅ ਰੈਪਿਡ ਟੈਸਟ। ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਤੁਸੀਂ ਰੈਪਿਡ ਟੈਸਟ ਲੈ ਸਕਦੇ ਹੋ if they are a viral test that meet the requirements। ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਇੱਥੇ ਦਿੱਤੀਆਂ ਗਈਆਂ ਨੇ।
ਸੋ ਜਿਹੜੇ ਵੀ ਮੈਡੀਕਲ ਟਰਮਸ ਹੈਗੇ ਨੇ ਉਹਨਾਂ ਨੂੰ ਪਤਾ ਹੈ, ਪਰ ਇਸ ਦੀ ਰੀਜ਼ਨ ਇਹ ਹੈ ਕਿ ਜੇਕਰ ਰਿਪੋਰਟ ਕੁਝ ਮੁਲਕਾਂ ਵਿੱਚ 2-3 ਤੋਂ ਵੱਧ ਲੱਗਦੀ ਹੈ ਤੇ ਉਹ ਰੈਪਿਡ ਟੈਸਟ ਜਿਹੜਾ ਹੈ ਉਹ ਲੈ ਸਕਦੇ ਨੇ, ਕਿਉਂਕਿ ਇਸ ਦੀ ਰਿਪੋਰਟ ਬੜੀ ਜਲਦੀ ਅਮਰੀਕਾ ਵਿੱਚ ਤੇ ਇਸ ਰਿਪੋਰਟ ਤਕਰੀਬਨ 15 ਮਿੰਟ ਤੋਂ 1 ਘੰਟੇ ਤੱਕ ਮਿਲ ਜਾਂਦੀ ਹੈ। ਸੋ ਇੰਡੀਆ ਵਿੱਚ ਵੀ ਜਿਹੜਾ ਹੈ ਜੇਕਰ ਤੁਹਾਨੂੰ ਇਸ ਦੀ ਰਿਪੋਰਟ ਜਲਦੀ ਮਿਲਦੀ ਤਾਂ ਤੁਸੀਂ ਉਹ ਟੈਸਟ ਵੀ ਜਿਹੜਾ ਹੈ ਉਹ ਕਰਵਾ ਸਕਦੇ ਹੋ। ਦੂਜੀ ਵੱਡੀ ਗੱਲ, ਜਿਸ ਤਰ੍ਹਾਂ ਮੈਂ ਦੱਸਿਆ, ਜੇਕਰ ਤੁਹਾਡੀ ਫਲਾਈਟ ਜਿਹੜੀ ਪਹਿਲੀ ਫਲਾਈਟ ਹੋਏਗੀ ਇੰਡੀਆ ਤੋਂ, ਇਹ ਟਾਈਮਿੰਗ ਰਿਕੁਆਇਰਮੈਂਟਸ ਦਾ ਉੱਥੇ ਪੂਰਾ ਸਵਾਲ ਦਿੱਤਾ ਗਿਆ ਹੈ। You must be tested no more than 1 day before your flight to the US departs. ਹੋਰ ਸਵਾਲ ਨੇ, ਜੇਕਰ ਤੁਸੀਂ ਅਮਰੀਕਾ ਤੋਂ ਜਾ ਕੇ ਫਿਰ ਵਿਦਿਨ 1 day ਵਾਪਸ ਆ ਜਾਓਗੇ ਤੇ ਉਹ ਕਿਸ ਤਰ੍ਹਾਂ ਨੇ, ਪਰ ਜੇ ਅਸੀਂ ਇਹ ਗੱਲ ਕਰ ਰਹੇ ਹਾਂ ਓਵਰਸੀਜ਼ ਜਿਹੜੇ ਭਾਰਤ ਟਰੈਵਲ ਕਰ ਰਹੇ ਨੇ ਉਹਨਾਂ ਲਈ ਕੀ ਹੈ, ਜੇਕਰ ਤੁਸੀਂ ਟੈਸਟਡ ਪੋਜ਼ਿਟਿਵ ਹੋ ਜਾਂਦੇ ਨੇ ਓਬਵੀਅਸਲੀ ਤੁਹਾਨੂੰ ਫਿਰ ਉੱਥੇ ਆਈਸੋਲੇਟ ਕਰ ਦਿੱਤਾ ਜਾਏਗਾ। ਪਰ ਆਓ ਗੱਲ ਕਰੀਏ ਕਨੈਕਟਿੰਗ ਔਰ ਡਿਲੇਡ ਫਲਾਈਟਸ। ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ, ਜੇਕਰ ਤੁਹਾਡੀ ਕਤਰ 에ਅਰਵੇਜ਼ ਦੀ ਫਲਾਈਟ ਅੰਮ੍ਰਿਤਸਰੋਂ ਹੈ ਦੋਹਾ ਰਾਹੀਂ ਤੇ ਜੇਕਰ ਤੁਹਾਡੀ ਸਵੇਰੇ 3 ਵਜੇ ਫਲਾਈਟ ਚੱਲਦੀ ਹੈ, ਲੈਟਸ ਸੇ ਜੇ ਉਹ ਡੇਟ ਹੈ 10 ਤਰੀਕ ਨੂੰ, ਜਦੋਂ ਅੰਮ੍ਰਿਤਸਰੋਂ 3 ਵਜੇ ਸਵੇਰੇ ਫਲਾਈਟ ਰਵਾਨਾ ਹੋਏਗੀ ਤੇ ਤੁਸੀਂ ਉਹ ਫਲਾਈਟ ਜਿਹੜਾ ਟੈਸਟ ਹੈ 9 ਤਰੀਕ ਨੂੰ ਕਿਸੇ ਵੇਲੇ ਵੀ ਕਰਵਾ ਸਕਦੇ ਹੋ। 9 ਦੀ ਸਵੇਰੇ ਨੂੰ ਜਾਓ, 8 ਵਜੇ 9 ਵਜੇ ਟੈਸਟ ਕਰਵਾਓ ਤੇ ਫਿਰ ਤੁਹਾਨੂੰ ਜਿਹੜੀ ਰਿਪੋਰਟ ਮਿਲ ਜਾਏਗੀ। ਜੋ ਇਹ ਪਾਲਿਸੀ ਇੱਥੇ ਦੱਸ ਰਹੀ ਹੈ, ਜੋ ਸਾਡੀ ਅੰਡਰਸਟੈਂਡਿੰਗ ਹੈ, ਪਰ ਜ਼ਰੂਰ ਤੁਸੀਂ 에ਅਰਲਾਈਨਸ ਨਾਲ ਕਨਫਰਮ ਕਰਨਾ ਹੋਵੇ ਜ਼ਰੂਰ ਕਰੋ। ਬਟ ਜੋ ਇਹ ਦੱਸਿਆ ਗਿਆ ਹੈ, ਜੋ ਇੰਗਲਿਸ਼ ਤੋਂ ਸਮਝ ਆ ਰਹੀ ਹੈ, ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤੇ ਇਹਦੇ ਵਿੱਚ ਐਗਜ਼ਾਮਪਲ ਵੀ ਦਿੱਤਾ ਗਿਆ ਹੈ, ਜੇਕਰ ਤੁਸੀਂ ਕਨੈਕਟਿੰਗ ਫਲਾਈਟ ਲੈਣੀ ਹੈ, ਐਨੀ ਫਲਾਈਟ ਫਰੋਮ ਦ US, if I have 1 or more connecting flights to get to the US, ਸੋ ਜਿਹੜਾ ਸਿਨੈਰੀਓ ਤੁਹਾਨੂੰ ਦੱਸ ਰਹੇ ਹਾਂ, 1 day period apply to the first flight or the last one, ਕਿਹੜਾ ਪੀਰੀਅਡ ਅਪਲਾਈ ਹੁੰਦਾ ਹੈ। ਸੋ ਇਹਨਾਂ ਨੇ ਸਾਫ਼ ਲਿਖਿਆ ਹੈ, if you are entering with 1 or more connecting flight, your test can be within 1 day before the departure of the first flight. So your test has to be within 1 day before the departure of the first flight. ਜੇਕਰ ਤੁਸੀਂ ਅੰਮ੍ਰਿਤਸਰੋਂ ਟੈਸਟ ਨਹੀਂ ਕਰਵਾਉਂਦੇ, ਜੇਕਰ ਤੁਹਾਡੀ ਫਲਾਈਟ ਦਿੱਲੀ ਤੋਂ ਹੈ, ਅਮਰੀਕਨ 에ਅਰਲਾਈਨਸ ਜਿਹੜੀਆਂ ਦਿੱਲੀ ਤੋਂ JFK ਫਲਾਈਟਸ ਜਾਂਦੀਆਂ ਨੇ, ਉਹ ਰਾਤ ਨੂੰ 12:30 ਵਜੇ ਯਾਨੀ ਕਿ ਅਗਲੇ ਦਿਨ ਉੱਥੋਂ ਉਡਾਨ ਭਰਦੀ ਹੈ। ਸੋ ਇਹਦਾ ਮਤਲਬ ਹੈ ਜੇਕਰ ਤੁਹਾਡੀ ਫਲਾਈਟ 9 ਦੀ ਸਵੇਰ ਨੂੰ 1 ਵਜੇ ਜਾਂ 12:30 ਵਜੇ ਹੈ ਤੇ 8 ਤਰੀਕ ਨੂੰ ਤੁਹਾਡਾ ਟੈਸਟ ਹੋਇਆ ਹੋਣਾ ਚਾਹੀਦਾ ਹੈ। ਜੇਕਰ ਤੁਹਾਡੀ ਕਨੈਕਟਿੰਗ ਫਲਾਈਟ ਅੰਮ੍ਰਿਤਸਰੋਂ ਹੈ ਦੁਪਹਿਰ ਨੂੰ 12 ਵਜੇ ਜਾਂ 3 ਵਜੇ ਵੀ, ਹੁਣ ਬਹੁਤ ਹੀ ਇਹ ਕਨਫਿਊਜ਼ਨ ਹੈ ਕਿ ਕੀ ਅਸੀਂ ਸਵੇਰੇ 9 ਵਜੇ ਟੈਸਟ ਕਰਵਾਵਾਂਗੇ ਜਾਂ 8 ਵਜੇ ਜਾਵਾਂਗੇ, 6 ਵਜੇ ਜਾਵਾਂਗੇ ਜਾਂ ਰਾਤ ਨੂੰ, ਕਿਉਂਕਿ ਟੈਸਟ ਨਹੀਂ ਖੁੱਲੇਗਾ। ਸੋ ਇਹਦੇ ਵਿੱਚ ਲਿਖਿਆ ਹੈ ਕਿ ਪਹਿਲੀ ਗੱਲ ਤੇ ਤੁਸੀਂ ਰੈਪਿਡ ਟੈਸਟ ਕਰਵਾ ਸਕਦੇ ਹੋ। ਦੂਸਰਾ, ਤੁਹਾਨੂੰ ਆਪਣਾ ਜਿਹੜਾ ਫਲਾਈਟ ਦਾ ਸ਼ਡਿਊਲ ਹੈ ਉਹ ਉਸ ਹਿਸਾਬ ਨਾਲ ਤੁਹਾਨੂੰ ਕਰਨਾ ਪਏਗਾ। ਜੇਕਰ ਫਲਾਈਟ ਤੁਹਾਡੀ ਰਾਤ ਦੀ ਹੈ ਅੰਮ੍ਰਿਤਸਰੋਂ 9 ਵਜੇ, ਤੇ ਫਿਰ ਤੁਹਾਨੂੰ, ਜੇਕਰ ਤੁਹਾਡੇ ਕੋਲ ਸਿੰਗਲ ਟਿਕਟ ਹੈ, ਇਫ ਯੂ ਹੈਵ ਕਨੈਕਟਿੰਗ ਫਲਾਈਟਸ, ਇਫ ਯੂ ਹੈਵ ਅ ਸਿੰਗਲ ਟਿਕਟ, ਜੇ ਤੁਹਾਡੀ ਟਿਕਟ ਜਿਹੜੀ ਵੱਖਰੀ ਨਹੀਂ ਆ, ਇਹ ਪਾਲਿਸੀ ਪਤਾ ਨਹੀਂ ਹਾਲੇ 에ਅਰਲਾਈਨ, ਜੇ ਤੁਸੀਂ ਆਪਣੀ ਡੋਮੈਸਟਿਕ ਫਲਾਈਟ ਵੱਖਰੀ ਲਈ ਹੈ ਅੰਮ੍ਰਿਤਸਰ ਤੋਂ ਦਿੱਲੀ ਦੀ, ਤੇ ਉਹ ਉਸ ਨੂੰ ਕਿਸ ਤਰ੍ਹਾਂ ਟਰੀਟ ਕਰਨਗੇ। ਪਰ ਜੇ ਤੁਹਾਡੀ ਸਿੰਗਲ ਟਿਕਟ ਹੈ, ਜੇ ਤੁਹਾਡੀ ਅੰਮ੍ਰਿਤਸਰ ਰਾਤ ਨੂੰ 8 ਵਜੇ ਫਲਾਈਟ ਹੈ ਤੇ ਉਹ ਰਾਤ ਨੂੰ 8 ਵਜੇ ਦਾ ਮਤਲਬ ਤੁਸੀਂ ਉਸ ਤੋਂ 1 ਦਿਨ ਪਹਿਲਾਂ ਜਿਹੜਾ ਹੈ ਉਹ ਟੈਸਟ ਜਿਹੜਾ ਤੁਹਾਡਾ ਹੋਇਆ ਹੋਣਾ ਚਾਹੀਦਾ। ਬਟ ਤੁਸੀਂ ਇਹ 에ਅਰਲਾਈਨ ਨਾਲ ਜ਼ਰੂਰ ਕਨਫਰਮ ਕਰੋ, ਕਿਉਂਕਿ ਅੰਮ੍ਰਿਤਸਰੋਂ ਵਿਸਤਾਰਾ ਤੇ ਫਿਰ ਤੁਸੀਂ ਦਿੱਲੀ ਤੋਂ ਵਿਸਤਾਰਾ ਦਾ ਯੂਨਾਈਟਿਡ ਦੇ ਨਾਲ ਕੋਲੈਬੋਰੇਸ਼ਨ ਹੈਗਾ, ਤੇ ਫਿਰ ਇਸ ਤਰ੍ਹਾਂ ਪੈਸੇਂਜਰ ਜਿਹੜੇ ਨੇ ਅੰਮ੍ਰਿਤਸਰ ਤੋਂ ਅਮਰੀਕਾ ਲਈ ਆਉਂਦੇ ਨੇ ਵਾਇਆ ਦਿੱਲੀ। 에ਅਰ ਇੰਡੀਆ ਦੀ ਫਲਾਈਟ ਵੀ ਜਿਹੜੀ ਰਾਤ ਨੂੰ ਚੱਲਦੀ, ਦੁਪਹਿਰੇ ਵੀ ਚੱਲਦੀ ਹੈ, ਫਿਰ ਦਿੱਲੀ ਆਉਂਦੀ ਹੈ। ਜੋ ਇਹਦੇ ਵਿੱਚ ਲਿਖਿਆ ਗਿਆ ਹੈ ਕਨੈਕਟਿੰਗ ਫਲਾਈਟ ਹੈ, ਫਿਰ ਅੰਮ੍ਰਿਤਸਰ ਤੋਂ ਜਿਹੜੀ ਤੁਹਾਡੀ ਫਲਾਈਟ ਹੋਏਗਾ ਉਸ ਤੋਂ 1 ਦਿਨ ਜਿਹੜਾ ਹੈ ਉਹ ਗਿਣਿਆ ਜਾਏਗਾ, ਦਿੱਲੀ ਵਾਲੀ ਫਲਾਈਟ ਦਾ ਨਹੀਂ ਗਿਣਿਆ ਜਾਣਾ ਚਾਹੀਦਾ, ਜੋ ਇਹਦੇ ਵਿੱਚ ਲਿਖਿਆ ਗਿਆ ਹੈ। ਪਰ 에ਅਰਲਾਈਨ ਨਾਲ ਜ਼ਰੂਰ ਕਨਫਰਮ ਕਰੋ, ਬੜੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਫਸਟ ਫਲਾਈਟ ਦੇ ਹਿਸਾਬ ਨਾਲ, ਇਹਦੇ ਵਿੱਚ ਸਾਫ਼ ਲਿਖਿਆ ਗਿਆ ਹੈ ਵਿਦਿਨ ਦ 1 day ਬਿਫੋਰ ਦ ਡਿਪਾਰਚਰ ਆਫ ਦ ਫਸਟ ਫਲਾਈਟ। ਸੋ ਫॉर ਐਗਜ਼ਾਮਪਲ, ਜੇਕਰ ਤੁਸੀਂ ਦਿੱਲੀ ਤੋਂ UK ਜਾ ਰਹੇ, ਦਿੱਲੀ ਤੋਂ ਪੈਰਿਸ ਦੀ ਫਲਾਈਟ ਹੈ, ਫਿਰ ਪੈਰਿਸ ਤੋਂ ਅਮਰੀਕਾ ਹੈ, ਉਹ ਦਿੱਲੀ ਦੀ ਫਲਾਈਟ ਹੋਏਗੀ। ਇਸੇ ਤਰ੍ਹਾਂ ਅੰਮ੍ਰਿਤਸਰ ਦਿੱਲੀ, ਦਿੱਲੀ JFK ਦੀ ਫਲਾਈਟ ਹੈ ਸਿੱਧੀ 에ਅਰ ਇੰਡੀਆ ਦੀ, ਜਾਂ ਦਿੱਲੀ ਸ਼ਿਕਾਗੋ ਹੈ ਅੰਮ੍ਰਿਤਸਰੋਂ, ਤੇ ਅੰਮ੍ਰਿਤਸਰੋਂ ਜਿਹੜੀ ਪਹਿਲੀ ਫਲਾਈਟ ਹੋਏਗੀ ਉਸ ਦੇ ਹਿਸਾਬ ਨਾਲ ਜਿਹੜਾ ਹੈ ਉਹ 1 day 24 ਘੰਟੇ ਨਹੀਂ। ਜੇਕਰ ਤੁਹਾਡੀ ਅੰਮ੍ਰਿਤਸਰੋਂ ਰਾਤ ਨੂੰ 6 ਵਜੇ ਫਲਾਈਟ ਹੈ ਸ਼ਾਮ ਨੂੰ, ਉਸ ਤੋਂ 1 ਦਿਨ ਪਹਿਲਾਂ, ਕਿਉਂਕਿ ਜਦੋਂ ਤੁਹਾਡੀ ਫਲਾਈਟ ਸ਼ਾਮ ਨੂੰ ਅੰਮ੍ਰਿਤਸਰੋਂ ਜਾਂਦੀ ਹੈ ਰਾਤੀ 10 ਵਜੇ, ਦਿੱਲੀੋਂ ਫਲਾਈਟ ਅਗਲੇ ਦਿਨ ਰਵਾਨਾ ਹੁੰਦੀ ਹੈ। ਸੋ ਤੁਸੀਂ ਜਿਹੜਾ ਹੈ ਰਾਤ ਨੂੰ 10 ਵਜੇ ਦੇ ਟਾਈਮ ਦੇ ਹਿਸਾਬ ਨਾਲ 1 ਦਿਨ ਪਹਿਲਾਂ ਜਿਹੜਾ ਹੈ ਉਹ ਟੈਸਟ ਜ਼ਰੂਰ ਜਿਹੜਾ ਹੈ ਉਹ ਤੁਹਾਡੀ ਰਿਪੋਰਟ ਉਹਨਾਂ ਨੂੰ ਕੰਸੀਡਰ ਹੋਏਗੀ। ਬਟ ਜ਼ਰੂਰ ਤੁਸੀਂ 에ਅਰ ਇੰਡੀਆ ਨਾਲ ਇੱਕ ਗੱਲ ਕਨਫਰਮ ਜ਼ਰੂਰ ਕਰੋ। ਪਰ ਜੋ ਇਹ ਸਾਰੀ ਇਨਫੋਰਮੇਸ਼ਨ ਇੱਥੇ ਦਿੱਤੀ ਗਈ ਹੈ, ਜੇ ਤੁਹਾਡੀ ਫਲਾਈਟ ਡਿਲੇ ਹੋ ਜਾਂਦੀ ਹੈ, ਸੋ ਉਹਨਾਂ ਨੇ ਲਿਖਿਆ ਵਾ ਕਿ ਤੁਸੀਂ, ਜੇ ਤੁਹਾਡੀ ਫਲਾਈਟ ਡਿਲੇ ਹੋ ਗਈ ਹੈ ਰਵਾਨਾ ਹੋਣ ਤੋਂ ਪਹਿਲਾਂ,
ਤੇ ਫਿਰ ਤੁਹਾਡੀ ਜਿਹੜੀ 24 ਆਵਰ ਪਾਲਿਸੀ ਲਈ ਕੁਝ ਐਗਜ਼ੰਪਸ਼ਨਸ ਉਹਨਾਂ ਨੇ ਦਿੱਤੀਆਂ ਗਈਆਂ ਨੇ ਇੱਥੇ, ਤੇ 에ਅਰਲਾਈਨ ਨੂੰ ਇਹ ਰਿਪੋਰਟ ਕਰਨਾ ਪਏਗਾ ਕਿ ਸਾਡੀ ਫਲਾਈਟ ਡਿਲੇ ਹੋਈ ਹੈ। ਸੋ ਦੇ ਸ਼ੁੱਡ ਟੇਕ ਕੇਅਰ ਆਫ ਇਟ। ਸੋ ਇਹ ਜਿਹੜੀ ਗੱਲਾਂ ਸਾਰੀਆਂ ਨੇ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਹਾਂ। ਤੁਸੀਂ ਕੋਈ ਵੀ ਸਵਾਲ ਹੋਵੇ ਜ਼ਰੂਰ ਸਾਡੇ ਜਿਹੜਾ ਹੈ ਤੁਸੀਂ ਯੂ ਕੈਨ ਰੀਚ ਆਊਟ ਟੂ ਅਸ, ਸਾਡਾ ਫੇਸਬੁੱਕ ਪੇਜ। ਪਰ ਜਿਹੜੀ ਵੱਡੀ ਜਾਣਕਾਰੀ ਇਹ ਹੈ ਕਿ US ਨੇ ਜਿਹੜੀਆਂ ਨੇ ਨਵੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ। ਸਾਡਾ ਜਿਸ ਤਰ੍ਹਾਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਫੇਸਬੁੱਕ ਗਰੁੱਪ ਹੈ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ YouTube ਚੈਨਲ ਪਲੀਜ਼ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰੋ, ਤੇ ਜਾਂ ਤਾਂ ਜੋ ਅਸੀਂ ਵੱਧ ਤੋਂ ਵੱਧ ਸਬਸਕ੍ਰਾਈਬਰ ਹੋਣ ਤੇ ਅਸੀਂ ਹੋਰ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ, ਹੋਰ ਜਿਹੜੇ ਗੈਸਟ ਵੀ ਲਿਆ ਕੇ ਅਸੀਂ ਫਿਊਚਰ ਵਿੱਚ ਸ਼ੇਅਰ ਕਰੀਏ, ਤਾਂ ਜੋ ਅਸੀਂ ਪੰਜਾਬ ਨੂੰ ਪੂਰੀ ਦੁਨੀਆ ਨਾਲ ਜੋੜ ਸਕੀਏ। ਜਿੰਨੇ ਸਾਡੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲੇਗੀ, ਵੱਧ ਤੋਂ ਵੱਧ ਫਲਾਈਟਸ ਹੋਣਗੀਆਂ ਤੇ ਅਸੀਂ ਇਸ ਬਾਰੇ ਹੋਰ ਕੰਮ ਕਰ ਸਕਾਂਗੇ। ਤੇ ਟਵਿੱਟਰ @flyamritsar, ਇੰਸਟਾਗ੍ਰਾਮ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਤੇ ਜ਼ਰੂਰ ਜਿਹੜਾ ਹੈ ਇਨਫੋਰਮੇਸ਼ਨ ਸ਼ੇਅਰ ਕਰੋ। ਬਹੁਤ ਬਹੁਤ ਧੰਨਵਾਦ।